हाँ जी, वाहिगुरु जी का खालसा वाहिगुरु जी की फतेह। असी सारे हुण रेडी हो चुके हैं। एक सेकेंड मैं थोनों दिखानी हाँ। असी सारे रेडी हो चुके हैं तो हुण असी जा रहे हैं अज नानक झीरा साहिब बिदर करनाटका। ते ओ भाभी जी होनी पानी भर रहे ने, आंटी जी होनी बॉटल्स तैयार हो रही ने सफ़र वास्ते। ते वीर जी होनी भी बस आए रहे ने। असी एलीवेटर के बाहर खड़े हैं। कल का साडा सफ़र बहुत वधिया रहा, बड़ा सारे तंदुरुस्त रहे, खुश रहे ते दर्शन करके सारे बहुत सबने बहुत ज़्यादा महसूस किया, वधिया फील किया। ते अज भी लगता साडा सफ़र वधिया रहूगा। सारे हैल्दी ने, सारे हैप्पी ने। ते गुरु साहब अंग संग ने, दुकालम परनासी दयालम स्वरूपे सदांग संगे भंगम विभूते। ते होपफुली अज का भी टूर असी इंजॉय करांगे ते बहुत वधिया राजी खुशी असी वापस मुड़ांगे। शाम की साडी बहुत प्लैनिंग है ते होप सो के वो साडी प्लैनिंग पूरी हो जाए। अज 31 दिसंबर का दिन है, साल का आखिरी दिन है 2021 का। ते वाहिगुरु करे चलो ये साल तो निकल गया जिमें कि मैं निकलना सी, पर अगला साल भागां वाला चढ़े है ना। अगला साल बहुत सब सारे लिए तंदुरुस्तियां वाला चढ़े है ना। ते सच्चे पातशाह कृपा करन। वाहिगुरु जी का खालसा वाहिगुरु जी की फतेह। बजण ताल मृदंगर बाबा जाहर पीर जगत गुरबा। ये साडी गड्डी है जी, ये बाबा जी ने है, रेंटेड कैब है, पर असी जा रहे हैं सारे हुण। यात्रा आरंभ हो गई है जी श्री नानक झीरा साहिब जी दी। वीर जी, भाई साहब जी ते मेरे नाल बलविंदर भैन जी ते सुखदीप भाभी जी ते पिछे डिग्गी च नहीं पिछे सीटां ते कमलप्रीत सिंह ते आंटी जी परमजीत कौर जी। वाहिगुरु जी का खालसा वाहिगुरु जी की फतेह। ये नरसी एक जड़ी है ना अपना बाबा नामदेव जाने वो उधर दूजी साइड आ। अच्छा जी, अच्छा नरसी नदेड़ जिले च आ। अच्छा 50 किलोमीटर है। ते बाबा नामदेव जी वाली केड़े जिले च? हिंगोली जिले च। हिंगोली च। अच्छा जी, अच्छा हिंगोली तो 14 किलोमीटर आ। ठीक है जी। पहला ओदा नाम ही बामणी करदा ही। हां जी, हां नरसी जाके रोड बंद ही हो ਜਾਂਦਾ ना, समुद्र लग ਜਾਂਦਾ। हां जी ਉੱਥੇ ਬਹੁਤ ਨਹੀਂ ਲੰਬੀ ਹੋਊਗੀ, ਕੱਲੇ ਕੁਮਾਰੀ ਦੇਖਣ ਵਾਲੀ। ਹਾਂ ਜੀ, ਹਾਂ जी बस साउथ ਦੇ ਵਿੱਚ ਹੀ ਆਪਾਂ। ਅਬੇ ਹਾਂ ਜੀ, ਇਹ ਮਹਾਰਾਸ਼ਟਰ ਤੋਂ ਫਿਰ ਕੇਰਲਾ ਦਾ ਕੀ ਡਿਸਟੈਂਸ ਪੈਂਦਾ ਹੈ ਕੰਨਿਆਕੁਮਾਰੀ ਦਾ? ਇਹਦਾ ਭੈਣ ਜੀ 2-3 ਰੁਪਏ ਵਿੱਚ ਪੈਂਦੇ। ਕੋ ਜਿੱਥੇ ਜਾਂਦੇ ਆ ਨਾ ਚਾਹ ਦੇ ਬਾਗ ਆ, ਉਹ ਠੀਕ ਹੀ ਨਹੀਂ। ਉਹ ਠੀਕ ਹੈ ਨਹੀਂ ਉਹ ਠੀਕ ਇਹੋ ਜਿਹਾ ਸ਼ਹਿਰ ਆ। ਹਾਂ ਜੀ, ਉੱਥੇ ਪੱਖੇ ਪੁੱਖੇ ਵੀ ਨਹੀਂ ਗਏ, ਠੰਡੀ ਰਹਿੰਦੀ ਆ। ਅੱਛਾ ਜੀ। ਤੇ ਬੇਟਾ ਸਾਡਾ ਗਿਆ ਸੀ ਗੱਡੀ ਲੈ ਕੇ, ਚਾਹ ਦੇ ਬਾਗ ਬੜੇ ਆ ਸਾਊਥ ਦੇ ਵਿੱਚ ਵੀ। ਹਾਂਜੀ ਸਾਊਥ ਹੀ, ਇਹ ਕੰਨਿਆਕੁਮਾਰੀ ਤੋਂ ਪਹਿਲਾਂ ਹੀ ਆ, ਇਸੇ ਰੋਡ ਤੇ ਹੀ ਆ। ਜਾਹਰ ਪੀਰ गंग बनारस हिंदुआ मुसलमान मुसलमान मक्का काबा जाहर पीर
ਸਾਹਿਬਜ਼ਾਦਿਆਂ ਜੀ ਦੀ ਯਾਦ ਵਿੱਚ ਬਣਾਇਆ ਹੋਇਆ ਹੈ ਗੁਰੂ ਧਾਮ। ਇੱਥੇ ਨਾ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਨਾਨਕ ਝੀਰੇ ਜਾਂਦਿਆਂ ਰਸਤੇ ਵਿੱਚ ਕਿਤੇ ਕੋਈ ਲੰਗਰ ਦਾ ਪ੍ਰਬੰਧ ਨਹੀਂ ਸੀ ਹੁੰਦਾ, ਪਰ ਗੁਰੂ ਸਾਹਿਬ ਦੀ ਸੰਗਤਾਂ ਦੀ ਸੇਵਾ ਲਈ ਫਿਰ ਬਾਬਾ ਬਲਵਿੰਦਰ ਸਿੰਘ ਜੀ ਆਪਣੇ ਲੰਗਰਾਂ ਵਾਲੇ, ਕਾਰ ਸੇਵਾ ਵਾਲੇ, ਉਹਨਾਂ ਮਹਾਪੁਰਸ਼ਾਂ ਨੇ ਬਹੁਤ ਯਾਨੀ ਕਿ ਬੜਾ ਉਪਕਾਰ ਕੀਤਾ। ਇਹ ਸਾਰਾ ਬਣਾਇਆ ਉਹਨਾਂ ਨੇ। ਹਾਂਜੀ ਹਾਂ, ਇੱਥੇ ਲੰਗਰ ਦਾ ਹੀ ਪ੍ਰਬੰਧ ਹੈ, ਰਹਿائش ਦਾ ਵੀ ਪ੍ਰਬੰਧ ਹੈ, ਸੰਗਤਾਂ ਰੁਕ ਵੀ ਸਕਦੀਆਂ ਨੇ ਤੇ ਮਤਲਬ ਰਸਤੇ ਦਾ ਵਿਸ਼ਰਾਮ ਵੀ ਹੋ ਜਾਂਦਾ ਥੋੜੀ ਦੇਰ ਲਈ, ਹੈ ਨਾ। ਚਾਹਰ ਪੀਰੇ ਜਗਤਪੁਰ ਬਾਬਾ ਚਾਹਰ ਪੀਰ ਗੰਗ ਬਨਾਰਸ हिंदुआ मुसलमाना मुसलमाना मक्का काबा जाहर पीर जगत गुर बाबा। ਅਸੀਂ ਮਹਾਰਾਸ਼ਟਰ ਤੋਂ ਕਰਨਾਟਕ ਚ ਐਂਟਰ ਕਰ ਗਏ ਆ। ਇਹ ਬਾਰਡਰ ਏਰੀਆ ਸੀ, ਇਹ ਪਿੰਡ ਸੀ ਵਨਮਾਰਪੱਲੀ। ਇੱਥੇ ਚੁੰਗੀ ਬਣੀ ਹੋਈ ਸੀਗੀ ਤੇ ਉੱਥੇ ਵੀ ਕੋਈ ਹੋਰ ਪਿੰਡ ਦਾ ਨਾਮ ਲਿਖਿਆ ਆ ਰਿਹਾ, ਯਾਨੀ ਕਿ ਉਹਨੇ ਸਾਰਾ ਕਰਨਾਟਕ ਏਰੀਆ ਹੈ। ਬਾਬਾ ਜੀ ਦੱਸ ਰਹੇ ਸੀ ਕਿ ਹੁਣ ਕਰਨਾਟਕ ਗਵਰਨਮੈਂਟ ਨੇ ਖਾਸ ਕਰਕੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਵਾਸਤੇ 4 ਲੇਨ ਸੜਕ ਪਾਸ ਕੀਤੀ ਹੈ ਤੇ ਕੰਮ ਵੀ ਸਟਾਰਟ ਹੋ ਗਿਆ ਹੈ ਕਿ ਸੰਗਤਾਂ ਦੀ ਆਵਾਜਾਈ ਲਈ ਕੋਈ ਦਿੱਕਤ ਨਾ ਪੇਸ਼ ਆਵੇ, ਸਗੋਂ ਸਾਰਾ ਖੁੱਲਾ ਹੋ ਜਾਵੇ। ਆ ਨਾਲ ਨਾ ਦੇਖੋ, ਆ ਸੜਕ ਦਾ ਕੰਮ ਚੱਲ ਰਿਹਾ ਹੈ। ਬਸ ਉਧਰੋਂ ਗੁਰਦੁਆਰਾ ਸਾਹਿਬ ਵੱਲੋਂ, ਨਾਨਕ ਝੀਰਾ ਸਾਹਿਬ ਵੱਲੋਂ ਸਟਾਰਟ ਹੋ ਗਿਆ ਹੈ ਕੰਮ ਤੇ ਇੱਥੇ 4 ਲੇਨ ਮਤਲਬ ਸੜਕ ਪਾਸ ਹੋਈ ਹੈ। ਬਾਬਾ ਬਲਵਿੰਦਰ ਸਿੰਘ ਜੀ ਹੋਰਾਂ ਨੇ ਹੁਕਮ ਕੀਤਾ ਸੀਗਾ, ਇੱਥੇ ਦੇ ਮੰਤਰੀ ਆਇਆ ਸੀ ਮਿਲਣ ਉਹਨਾਂ ਨੂੰ, ਤਾਂ ਬਾਬਾ ਜੀ ਨੇ ਕਿਹਾ ਵੀ ਬਸ ਤੁਸੀਂ ਗੁਰੂ ਸਾਹਿਬ ਦੇ ਅਸਥਾਨ ਦੇ ਲਈ ਰਸਤਾ ਬਣਾ ਦਿਓ ਵਧੀਆ। ਸਾਨੂੰ ਵੀ ਯਾਦ ਆ ਜਦ ਅਸੀਂ 12 ਸਾਲ ਪਹਿਲਾਂ ਇੱਥੇ ਆਏ ਸੀ, ਸਾਰੀ ਸੜਕ ਦਾ ਬੜਾ ਮਾੜਾ ਹਾਲ ਸੀ, ਬੜਾ ਮਾੜਾ ਹਾਲ। ਹੁਣ ਵੀ ਪਿੱਛੇ ਮਹਾਰਾਸ਼ਟਰ ਦੇ ਬਾਰਡਰ ਦੇ ਨੇੜੇ ਥੋੜਾ ਟਾਈਮ ਸੜਕ ਸਾਨੂੰ ਥੋੜੀ ਖਰਾਬ ਮਿਲੀ ਹੈ, ਪਰ ਚਲੋ ਕੋਈ ਗੱਲ ਨਹੀਂ, ਇੰਨੀ ਕੁ ਤਾਂ ਦਿੱਕਤ ਝੱਲੇ ਜਾਂਦੀ ਹੈ ਸੰਗਤ। ਤੇ ਆ ਵੀ ਬਣ ਰਹੇ ਨੇ ਇੱਥੇ, ਪੁਲ ਵਗੈਰਾ ਬਣ ਰਹੇ ਨੇ, ਸਾਰਾ ਕੁਝ ਹੋ ਰਿਹਾ ਤੇ ਸਾਰਾ ਬਹੁਤ ਖੁੱਲਾ ਏਰੀਆ ਹੈ, ਬਹੁਤ ਤਾਜ਼ੀ ਆਬੋ ਹਵਾ ਹੈ, ਫਰੈਸ਼ ਏਅਰ ਹੈ। ਸਾਨੂੰ ਤਾਂ ਪਾਣੀ ਵੀ ਠੀਕ ਲੱਗਿਆ, ਪੰਜਾਬ ਨਾਲੋਂ ਪਾਣੀ ਦੀ ਤਾਸੀਰ ਵੀ ਠੀਕ ਲੱਗੀ ਹੈ। ਹਵਾ ਤਾਂ ਸ਼ੁੱਧ ਹੈ ਹੀ ਹੈ ਇੱਥੇ, ਹੈ ਨਾ। ਕੰਸਟਰਕਸ਼ਨ ਚੱਲ ਰਹੀ ਹੈ, ਪੁਲ ਵਗੈਰਾ ਬਣਨਗੇ ਇੱਥੇ ਤੇ ਯਾਨੀ ਕਿ ਸਿਰਫ ਤੇ ਸਿਰਫ ਗੁਰਦੁਆਰਾ ਸਾਹਿਬ ਲਈ, ਗੁਰਦੁਆਰਾ ਸਾਹਿਬ ਨਾਨਕ ਝੀਰਾ ਲਈ ਤਿਆਰ ਹੋ ਰਹੀ ਹੈ ਸੜਕ। मम प्रतिपारण जय तेगं जय जय जगकारण सृष्टि उपारण मम प्रतिपारण जय तेगं 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 जय जय जगकारण सृष्टि उपारण मम प्रतिपारण जय तेगं जय जय जगकारण सृष्टि उपारण मम प्रतिपारण जय तेगं जय तेगं जय तेगं। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਪੂਨੇ ਦੇ ਨੇੜੇ 17 ਕਿਲੇ ਵਿੱਚ ਰੁਸਤਮ ਰਾਓ ਤੇ ਬਾਲਾ ਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਹੁਕਮ ਦਿੱਤਾ ਕਿ ਨੰਦੇੜ ਵਿਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਬਿਰਤਾਂਤ ਸੰਗਤਾਂ ਨੂੰ ਸੁਣਾਉਣਾ, ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰੂ ਹਾਜ਼ਰ ਨਾਜ਼ਰ ਹੈ।
ਨੰਦੇੜ ਪੁੱਜਣ ਪਿੱਛੋਂ ਰੁਸਤਮ ਰਾਓ ਤੇ ਬਾਲਾ ਰਾਓ ਦੀ ਬੇਨਤੀ ਪ੍ਰਵਾਨ ਕਰਦਿਆਂ ਸਿੱਖੀ ਪ੍ਰਚਾਰ ਹਿੱਤ ਪਿੱਛੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ। ਮਾਤਾ ਜੀ ਬਿਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜੀ ਜਨਵਾੜੇ ਦੀ ਗੜੀ ਰੁਸਤਮ ਰਾਓ ਬਾਲਾ ਰਾਓ ਦੇ ਗ੍ਰਹਿ ਵਿਖੇ ਗੁਰਪੁਰੀ ਸਿਧਾਰ ਗਏ। ਮਾਈ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾੜਾ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ। ਇਹ ਅਸਥਾਨ ਗੁਰਦੁਆਰਾ ਨਾਨਕ ਝੀਰਾ ਤੋਂ 14 ਕਿਲੋਮੀਟਰ ਦੀ ਵਿੱਥ ਤੇ ਹੈ। ਪਾਠਕਾਂ ਦੀ ਗਿਆਤ ਲਈ ਵਰਣਨ ਕਰਨਾ ਉਚਿਤ ਹੋਵੇਗਾ ਕਿ ਜਦੋਂ ਭੁੱਖ ਅਤੇ ਲੜਾਈ ਤੋਂ ਤੰਗ ਆ ਕੇ ਆਪਣੀਆਂ ਜਾਨਾਂ ਪਿਆਰੀਆਂ ਕਰਦੇ ਕੋਈ ਸਿੰਘ ਨਾ ਤੂੰ ਸਾਡਾ ਗੁਰੂ ਨਾ ਸੀ ਤੇਰੇ ਸਿੱਖ ਕਹਿ ਕੇ ਦਸਮ ਪਿਤਾ ਨੂੰ ਅਨੰਦਪੁਰ ਵਿਖੇ ਬੇਦਾਵਾ ਲਿਖ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ ਤਾਂ ਇਹੀ ਮਾਤਾ ਭਾਗੋ ਸੀ ਜਿਸ ਨੇ ਉਹਨਾਂ ਸਿੱਖਾਂ ਨੂੰ ਚੂੜੀਆਂ ਪਾ ਕੇ ਗੁਰਦੁਆਰਾ ਮੁਕਤਸਰ ਸਾਹਿਬ ਬਣਿਆ ਹੈ ਜੀ। ਉਥੋਂ ਚੱਲ ਕੇ ਰਾਜੇ ਹਜ਼ੂਰ ਸਾਹਿਬ ਆਏ। ਹਜ਼ੂਰ ਸਾਹਿਬ ਦੇ ਵਿੱਚ ਜਥੇਦਾਰ ਬਾਬਾ ਸੰਤੋਖ ਸਿੰਘ ਜੀ ਰਹਿੰਦੇ। ਮਾਤਾ ਭਾਗ ਕੌਰ ਜੀ ਉੱਥੇ ਸੇਵਾ ਸਿਮਰਨ ਤਪ ਕਰਦੇ ਹੋਏ ਹਜ਼ੂਰ ਸਾਹਿਬ ਤੋਂ ਚੱਲ ਕੇ ਇੱਥੇ ਜਨਵਾੜਾ ਗੜੀ ਆਏ। ਰਾਜਿਆਂ ਦੇ ਗੜੀ ਵਿਖੇ ਹੀ ਰਹਿੰਦੇ ਸੀ। ਇੱਥੋਂ ਰੋਜ਼ਾਨਾ ਅੰਮ੍ਰਿਤ ਵੇਲੇ ਨਾਨਕ ਜੀਰਾ ਸਾਹਿਬ ਜਾ ਕੇ ਇਸ਼ਨਾਨ ਕਰਦੇ, ਨਿਤਨੇਮ ਕਰਦੇ, ਸਿੱਖੀ ਦਾ ਪ੍ਰਚਾਰ ਕਰਦੇ, ਵਾਪਸ ਜਨਵਾੜਾ ਗੜੀ ਚਲੇ ਆਉਂਦੇ। ਰਾਜਿਆਂ ਦੀ ਰੱਖਿਆ ਕਰਦੇ ਹੋਏ ਸੇਵਾ ਸਿਮਰਨ ਭਗਤੀ ਕਰਦੇ ਮਾਤਾ ਜੀ ਇਸੇ ਅਸਥਾਨ ਤੇ ਗੁਰਪੁਰੀ ਸਿਧਾਰ ਗਏ। ਵਾਹਿਗੁਰੂ 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 ਵਾਹਿਗੁਰੂ। जय जय जग कारण सृष्ट उबारन मम प्रतिपारण जय तेगन। जय जय जग कारण सृष्ट उबारन मम प्रतिपारण जय तेगन। जय तेगन 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 जय तेगन। जय जय जग कारण सृष्ट उबारन मम प्रतिपारण जय तेगन। जय जय जग कारण सृष्ट उबारन मम प्रतिपारण जय तेगन। जय तेगन 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 जय तेगन। अखंड पे हंडन खलदल खंडन। अखंड पे हंडन खलदल खंडन। अपरण मंडन पर पंडन। अतरण मंडन पर पंडन। अतरण मंडन पर पंडन। जय तेगन जय तेगन जय तेगन जय तेगन जय तेगन जय। ਸਿੰਘ ਜੀ ਨੇ ਸੀਸ ਭੇਂਟ ਦੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਕੇ ਸਿੱਖੀ ਦੇ ਇਤਿਹਾਸ ਦੇ ਪੰਨਿਆਂ ਉੱਤੇ ਨਾ ਕੇਵਲ ਆਪਣਾ ਨਾਮ ਹੀ ਸੁਨਹਿਰੀ ਅੱਖਰਾਂ ਵਿੱਚ ਲਿਖਵਾਇਆ ਸਗੋਂ ਦੱਖਣ ਦੇ ਇਸ ਸ਼ਹਿਰ ਬਿਦਰ ਦਾ ਨਾਮ ਹੀ ਇੱਥੋਂ ਦਾ ਵਸਨੀਕ ਹੋਣ ਕਰਕੇ ਰੌਸ਼ਨ ਕਰ ਦਿੱਤਾ। ਭਾਈ ਸਾਹਿਬ ਸਿੰਘ ਜੀ ਦਾ ਜਨਮ ਬਿਦਰ ਨਿਵਾਸੀ ਭਾਈ ਗੁਰਨਰੈਣ ਦੇ ਗ੍ਰਹਿ ਵਿਖੇ ਮਾਤਾ ਅਨੁਕੰਮਾ ਦੀ ਕੁੱਖੋਂ 5 ਮੱਘਰ ਸੰਮਤ 1732 ਬਿਕਰਮੀ ਨੂੰ ਹੋਇਆ। ਭਾਈ ਜੀ 11 ਸਾਲ ਦੀ ਅਲੜ ਉਮਰੇ ਆਪਣੇ ਮਾਤਾ ਪਿਤਾ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਗਏ ਸਨ। ਉਸ ਸਮੇਂ ਇਹਨਾਂ ਦੇ ਮਾਪਿਆਂ ਨੇ ਭਾਈ ਸਾਹਿਬ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਭੇਂਟ ਕਰ ਦਿੱਤਾ ਸੀ। ਭਾਈ ਜੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ 1761 ਬਿਕਰਮੀ ਨੂੰ ਮੈਦਾਨੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जय जय जग कारण सृष्ट उबारन मम प्रतिपारण जय तेगं जय जय जग कारण सृष्ट उबारन मम प्रतिपारण जय तेगं जय तेगं जय तेगं चाहर पीरे जगत गुर बाबा चाहर पीरे जगत गुर बाबा चाहर पीर गंग बनारस हिंदुआ मुसलमाना मुसलमाना मक्का काबा जाहर पी ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ। ਜਦੋਂ ਸੰਸਾਰ ਵਿੱਚ ਜ਼ੁਲਮ ਅਤੇ ਝੂਠ ਹੱਦੋਂ ਟੱਪਿਆ, ਉਦੋਂ ਪਰਮਾਤਮਾ ਵੱਲੋਂ ਕਿਸੇ ਨਾ ਕਿਸੇ ਮਹਾਂਪੁਰਸ਼ ਨੂੰ ਸੱਚ ਅਤੇ ਧਰਮ ਵਰਤਾਉਣ ਲਈ ਸ੍ਰਿਸ਼ਟੀ ਤੇ ਭੇਜਿਆ। 15ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦੇ ਭਲੇ ਵਾਸਤੇ ਅਵਤਾਰ ਧਾਰਿਆ। 4 ਉਦਾਸੀਆਂ ਵਿੱਚ ਹਰ ਧਰਮ ਦੇ ਆਗੂਆਂ ਨਾਲ ਮੁਲਾਕਾਤ ਕਰਦੇ ਸ਼ਬਦ ਗੁਰੂ ਦਾ ਉਪਦੇਸ਼ ਦੇ ਕਰ ਇੱਕ ਅਕਾਲ ਪੁਰਖ ਨਾਲ ਭੇਦ ਹੋਣ ਦਾ ਮਾਰਗ ਸਮਝਾਇਆ। ਦੂਸਰੀ ਉਦਾਸੀ ਦੱਖਣ ਦੇਸ਼ ਦੀ ਕੀਤੀ। ਸੁਲਤਾਨਪੁਰ ਲੋਧੀ ਪੰਜਾਬ ਤੋਂ ਚੱਲ ਕੇ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਮਹਾਰਾਸ਼ਟਰ ਤੋਂ ਹੁੰਦੇ ਹੋਏ ਬਿਦਰ ਪਹੁੰਚੇ, ਜਿੱਥੇ ਜੰਗਾਂ ਚੱਲ ਰਿਹਾ ਇੱਥੇ ਆਸਣ ਲਾਇਆ। ਬਿਦਰ ਦੀ ਜਨਤਾ ਦਰਸ਼ਨ ਵਾਸਤੇ ਆਈ। ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਵੀ ਸੰਸਾਰੀ ਜੀਵਾਂ ਦਾ ਉਧਾਰ ਕਰਦੇ ਹੋ, ਸਾਡੇ ਉੱਤੇ ਵੀ ਕਿਰਪਾ ਕਰੋ। ਇਸ ਧਰਤੀ ਵਿੱਚ ਪਾਣੀ ਨਹੀਂ ਹੈ, ਜੋ ਹੈ ਉਹ ਖਾਰਾ ਹੈ, ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ। ਸਤਿਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦਿਆਂ ਸਤਿਗੁਰ ਸਾਹਿਬ ਦਾ ਉਚਾਰਨ ਕੀਤਾ ਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਛੁਆਇਆ। ਪਾਣੀ ਚੱਲ ਪਿਆ। ਅਪ੍ਰੈਲ 1512 ਤੋਂ ਮਿੱਠਾ ਚਸ਼ਮਾ ਚੱਲ ਰਿਹਾ ਹੈ। ਸਾਰਾ ਬਿਦਰ ਸ਼ਹਿਰ ਪਾਣੀ ਪੀਣ ਵਾਸਤੇ ਇੱਥੋਂ ਲੈਂਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਿੱਖੀ ਦਾ ਬੀਜ ਬੀਜਿਆ। 1699 ਦੀ ਵਿਸਾਖੀ ਵਾਲੇ ਦਿਨ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦਾ ਨਿਰਮਾਣ ਕੀਤਾ ਤਾਂ 5ਵਾਂ ਪਿਆਰਾ ਭਾਈ ਸਾਹਿਬ ਸਿੰਘ ਜੀ ਇਸੇ ਹੀ ਧਰਤੀ ਤੋਂ ਜਾ ਕੇ 5 ਪਿਆਰਿਆਂ ਵਿੱਚ ਹਾਜ਼ਰ ਹੋਇਆ। ਪੰਥ ਦੀ ਜਰਨੈਲ ਮਾਤਾ ਭਾਗ ਕੌਰ ਜੀ ਜੋ ਸਤਿਗੁਰੂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਬ ਤੋਂ ਨੰਦੇੜ ਆਏ ਸਨ। ਪਿੰਡ ਜਨਵਾੜਾ ਜ਼ਿਲ੍ਹਾ ਬਿਦਰ ਵਿੱਚ ਉਹਨਾਂ ਦਾ ਅੰਤਮ ਸਥਾਨ ਗੁਰਦੁਆਰਾ ਮਾਤਾ ਭਾਗ ਕੌਰ ਜੀ ਦੇ ਨਾਮ ਨਾਲ ਸੁਸ਼ੋਭਿਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਕੁੰਡ ਇਹ ਅੰਮ੍ਰਿਤ ਕੁੰਡ ਜਲ ਆ ਰਿਹਾ। ਨਾਨਕ ਝੀਰਾ ਇੱਥੋਂ ਆਉਂਦਾ ਜਲ, ਸੱਚੇ ਪਾਤਸ਼ਾਹ ਦੇ ਚਰਨ ਨੂੰ।
ਹੈ ਨਿਹਾਲਾ ਰਸਨਾ ਜਪਤੀ ਵਾਹਿਗੁਰੂ ਸਾਹਿਬ ਕੀ ਵਾਹਿਗੁਰੂ 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 journey references journey first सुल्तानपुर 1501 ਤੋਂ 1510 second सुल्तानपुर ਤੋਂ ही 1510 ਤੋਂ 1514 थर्ड करतारपुर ਤੋਂ 1514 ਤੋਂ 1517 फोर्थ भी करतारपुर ਤੋਂ 1517 ਤੋਂ 1522 फर्स्ट तो फोर्थ जर्नी तक ਦੀਆਂ ਜੇ ਇਹ ਮਖਿਆਲ ਉੱਠ ਖੜੇ ਹੁਣ ਸਾਰੀ ਦੁਨੀਆ ਨੂੰ ਭਾਜੜ ਪਾ ਦੇਣਾ ਹੋਰ ਜੇ ਇਹ ਆਪਣੇ ਲੜ ਗਿਆ ਬਸ ਪੜੋਲਿਆਂ ਵਰਗੇ ਹੋ ਜਾਵਾਂਗੇ ਆਪਾਂ ਫਿਰ ਤੁਹਾਨੂੰ ਕਦੇ ਠੰਡ ਨਹੀਂ ਲੱਗਣੀ ਭੈਣ ਜੀ ਕੌਣ ਉਹਦੀ ਕਦਾ ਕਰੂ ਉਹਨੂੰ ਖਾ ਲੈਂਦਾ ਮੈਂ ਬੱਟਾ ਮਾਰ ਕੇ ਠਾਲ ਦਿੰਦਾ ਹੁਣੇ ਮੈਂ ਚਲੇ ਜਾਵਾਂ ਤੂੰ ਬਾਅਦ ਠਾ ਲੈ ਇੱਕ ਬੱਟਾ ਮਾਰਿਆ ਬਹੁਤ ਹੈ ਪਰ ਮੇਰਾ ਬੱਟਾ ਜਾਣਾ ਨਹੀਂ ਉੱਥੇ ਤੱਕ ਕਿਉਂਕਿ ਇਹ ਇੰਨੀ ਦੂਰ ਹੈ ਕਿਉਂਕਿ ਇਹ ਇੰਨੀ ਦੂਰ ਹੈ ਇਹ ਮੇਰਾ ਬੱਟਾ ਜਾਣਾ ਨਹੀਂ ਉੱਤੇ ਇਹ ਕਮਰੇ 'ਚ ਕੋਈ ਜਾਂਦਾ ਹੀ ਨਹੀਂਗਾ ਬੰਦ ਪਏ ਨੇ ਕਮਰੇ ਜਿਨ੍ਹਾਂ ਨੂੰ ਦੇਸੀ ਸ਼ਹਿਦ ਦੀ ਲੋੜ ਹੈ ਜੰਗਲੀ ਸ਼ਹਿਦ ਦੀ ਲੋੜ ਹੈ ਉਹ ਇੱਥੇ ਆ ਜਾਣ ਕੋਈ ਵੱਡਾ ਜੋਰਾਵਰ ਹੋਵੇ ਨਾ ਜੁਝਾਰੂ ਹੋਵੇ ਉਹ ਜ਼ਰੂਰ ਮਖਿਆਲ ਟੋਲੂਗਾ ਪਰ ਜੇ ਹੋਏ ਡੂਮਣਾ ਫਿਰ ਕੀ ਕਰਾਂਗੇ ਭੈਣ ਜੀ ਦੇ ਹੁਣ ਮਖਿਆਲ ਲੜਾਉਣਾ ਮੈਂ ਬੱਟਾ ਮਾਰਨ ਚੱਲੀ ਆ ਮਖਿਆਲ ਦੇ ਭੈਣ ਜੀ ਨੂੰ ਠੰਡ ਬਹੁਤ ਲੱਗਦੀ ਰਹਿੰਦੀ ਆ ਮੈਂ ਉਹਦਾ ਬੱਟਾ ਮਾਰਦਾ ਹੁਣ ਉੱਥੇ ਹਾਏ ਤਾਂ ਹੁਣ ਦੇਖਿਆ ਇੱਥੋਂ 180 ਖੇਤ ਆ ਗਏ ਹੁਣ ਤਾਂ ਗੂਗਲ ਤੇ ਦਿਖ ਜਾਂਦਾ ਤਾਂ ਆ ਨਦੀ ਉਹੀ ਹੈ ਜਿਹੜੀ ਆਪਾਂ ਉੱਧਰ ਵੇਖੀ ਹਾਂਜੀ ਉਹੀ ਨਦੀ ਹੈ ਨੂੰ ਦੇਖ ਕੇ ਮੈਂ ਕੁਝ ਵੀ ਮੈਂ ਤੇ ਤਨਖਾਹ ਤੇ ਉਹ ਰੱਖੇ ਬਾਬਿਆਂ ਨੇ ਬੰਦੇ ਉਹ ਇਸ ਤਰ੍ਹਾਂ ਦੇਣ ਲੱਗਣ ਉਹਨਾਂ ਦਾ ਹਾਂ ਇੱਥੇ ਆਏ ਵੇਖੋ ਜੀ ਕੀ ਕੁਛ ਬਣ ਗਿਆ। ਇੱਥੇ ਨਾ ਨੇੜੇ ਕੋਈ ਗੁਫਾ ਵਾਲੀ ਜਗ੍ਹਾ ਵੀ ਹੈ ਨਾ ਬਾਬਾ ਨੂੰ ਪਤਾ ਪਤਾ ਹੋਣੀ ਉੱਥੇ ਰਤਨਗੜ੍ਹ ਹੀ ਜਾਣਾ ਹੋਣਾ ਫਿਰ ਇਹ ਨਾਨਕਪੁਰੀ ਹੈ
ਨਾਨਕਸਰ ਨਾਨਕਸਰ, ਸੌਰੀ ਹਾਂ, ਉਹ ਵੀ ਨਾਨਕਸਰ ਲਿਖਿਆ ਨਾਨਕਸਰ ਹਾਂਜੀ। ਸਾਹਿਬ। ਇਹ ਇਤਿਹਾਸਕ ਗੁਰਦੁਆਰਾ ਜੀ ਮਹਾਰਾਜ ਦਾ। ਪਹਿਲਾਂ ਰਸ ਪੀਵਾਂਗੇ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਵੱਲੋਂ ਹੈ ਨਾਨਕਸਰ ਗੁਰਦੁਆਰਾ। ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਨੇ, ਨਾਂਦੇੜ ਦੇ ਵਿੱਚ ਹੀ ਆ, ਥੋੜਾ ਬਾਹਰ ਹੈ। ਗੰਨੇ ਦਾ ਰਸ ਤੇ ਗੁੜ ਕਲਾੜੀ ਲੱਗੀ ਹੋਈ ਹੈ, ਗੁੜ ਤੱਤਾ ਤੱਤਾ ਤਿਆਰ ਹੋਇਆ ਪਿਆ। ਆਓ ਖਾਈਏ। ਅਸੀਂ ਤੇ ਕਹਿੰਦੇ ਆਓ ਸੰਗਤ ਹਜ਼ੂਰ ਸਾਹਿਬ ਚੱਲੀਏ, ਸਭ ਕੁਝ ਮਿਲਦਾ ਬਾਬੇ ਦੀ ਕਿਰਪਾ ਨਾਲ। ਬਾਬੇ ਦਾ ਡਾਇਲੌਗ ਦੇਖ ਲੈ। ਬਾਬਾ ਜੀ ਕਹਿੰਦੇ ਜੂਸ ਵੀ ਪੀ ਲਓ ਗੰਨੇ ਦਾ, ਗੁੜ ਵੀ ਖਾ ਲਓ, ਫਿਰ ਲੱਸੀ ਵੀ ਪੀ ਲਿਓ, ਫਿਰ ਉੱਪਰ ਚਾਹ ਵੀ ਪੀ ਲਿਓ, ਸਾਰਾ ਕੁਝ ਖਾ ਪੀ ਲਿਓ ਕਹਿੰਦੇ ਅੱਜ। ਅਸੀਂ ਕਿਹਾ ਹਾਂਜੀ ਬਾਬਾ ਜੀ, ਜਦ ਸਾਲ ਦਾ ਆਖਰੀ ਦਿਨ ਆ, ਕੱਟਣਾ ਨਹੀਂ 31 ਦਸੰਬਰ ਆ, ਸਾਲ ਦਾ ਆਖਰੀ, ਮੈਂ ਸਭ ਕੁਝ ਖਾ ਪੀ ਕੇ ਜਾਵਾਂਗੇ। ਉਹ ਬਣ ਰਿਹਾ ਇਹ ਵੀ ਗਰਮ ਹੈ। ਅੱਛਾ ਜੀ ਗਰਮ ਹੈ। ਉਹ ਚੂੜਾ ਛੋੜ ਦਿੰਦਾ ਲక్ష్మణ ਨੂੰ। ਹਾਂ ਸਾਹ ਵੀ ਦਵਾਈ ਉਹਨੇ ਕੱਢ ਕੇ ਦਿੱਤੀ ਕਰਨਗੇ। ਅੰਬ ਜਾਂਦਾ ਦਾ ਆਇਆ ਤਕੜਾ, ਅੰਬ ਵੀ ਜਾਂਦਾ ਸੀ। ਤਾਂ ਵੀ ਮੈਨੂੰ ਕੱਢ ਕੇ ਦਿੰਦਾ ਰਿਹਾ। ਲੱਗ ਜਦੋਂ ਉਹਨੇ ਹੋਣਾ, ਉਹਨੇ ਕਹਿੰਦਾ ਪਰਾਂ ਹੁੰਦਾ ਬਾਪੂ, ਮੈਂ ਕੱਢ ਕੇ ਦਿੰਦਾ। ਜੇ ਨਹੀਂ ਲੱਗ ਗਿਆ ਤਾਂ ਮੈਂ ਕੱਢਦਾ ਰਿਹਾ। ਨਹੀਂ ਸਾਨੂੰ ਕੋਈ ਮੇਰੀ ਗੱਲ ਧੱਕਾ ਮੰਗਦੇ ਆ ਧੱਕਾ। ਸਾਨੂੰ ਨਹੀਂ ਸਾਡਾ ਨਹੀਂ ਕੋਈ ਕਰਨਾ ਨਹੀਂ, ਅਸੀਂ ਉਹਦੇ ਦੇਖਾਂਗੇ ਕਰਦਾ ਕਿ ਨਹੀਂ ਹੋਣਾ। ਨਾ ਕਰ ਸਾਨੂੰ ਕੋਈ ਕਰਨੇ ਦਾ ਉਹਦਾ ਕੰਮ ਆ। ਹਾਂਜੀ ਗੁੜ ਖਾਉਂਦਾ ਅਸੀਂ ਜੇ ਚੂੜਾ ਉਹਨੂੰ ਛਟਾ ਦੇਈਦਾ, ਉਹਨੂੰ ਚੂੜਾ ਸੁੱਟ ਲੈਂਦਾ, ਉਹ ਕੱਢ ਦੇਈਦਾ ਉਹਨੂੰ ਘੜੀ, ਚੂੜਾ ਸੁੱਟ ਲੈਂਦਾ। ਬਾਬਾ ਜੀ ਦੀ ਕਲਾੜੀ ਹੈ। ਹਾਂਜੀ ਹਾਂਜੀ ਜੂਸ ਵੀ ਪਿਲਾਇਆ, ਗੰਨੇ ਦਾ ਜੂਸ ਵੀ। ਫਿਰ ਬਾਬੇ ਕਹਿੰਦੇ ਲੱਸੀ ਵੀ ਪੀਓ, ਨਾਲ ਚਾਹ ਵੀ ਪੀਓ। ਉੱਪਰੋਂ ਚਾਹ ਹੀ ਪੀ ਗਿਆ। ਚੌਮਾ ਤੇ ਬਣਾ ਕੇ ਰੱਖੋ। ਚੰਗਾ। ਵਾਹਿਗੁਰੂ ਜੀ ਕੀ ਫਤਿਹ। ਇਤਿਹਾਸਿਕ ਗੁਰਦੁਆਰਾ ਨਾਨਕਸਰ ਸਾਹਿਬ ਸੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਕਰਦਿਆਂ ਹੋਇਆਂ ਆਪ ਨੂੰ ਮੇਰੀ ਸਾਹਿਬ ਜੀ ਦੇ ਦਰਸ਼ਨ ਹੋਣਗੇ। ਇਸ ਮੇਰੀ ਸਾਹਿਬ ਹੇਠਾਂ ਵਾਹਿਗੁਰੂ ਸ਼ਾਂਤੀ ਬਖਸ਼ੋ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 9 ਦਿਨ 9 ਘੜੀਆਂ ਵਿਰਾਜਮਾਨ ਹੋਏ ਹਨ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਜੀ ਇੱਥੇ ਜਲ ਦੀ ਬਹੁਤ ਘਾਟ ਹੈ, ਜਲ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਲਾਇਆ, ਭਾਈ ਰਬਾਬ ਵਜਾਓ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਜਲ ਦਾ ਟੋਭਾ ਪ੍ਰਗਟ ਹੋਇਆ। ਭਾਈ ਮਰਦਾਨਾ ਜੀ ਨੇ ਪਿਆਰ ਕੱਢਿਆ, ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਦੀ ਜਲ ਬਹੁਤ ਮਿੱਠਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਇਆ, ਇਹ ਧਰਤੀ ਦੇਵਤਿਆਂ ਦੀ ਧਰਤੀ ਹੈ, ਇਸ ਕਰਕੇ ਜਲ ਮਿੱਠਾ ਹੈ। ਸਤਿਗੁਰਾਂ ਦੇ ਵਚਨ ਵਿਲਾਸ ਚੱਲ ਰਹੇ ਸਨ। ਇੰਨੇ ਨੂੰ ਇੱਕ ਕੋੜੀ ਨੇ ਆ ਕੇ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਦੀ ਆਸਣ ਰੱਖੋ, ਮੇਰੇ ਲਈ ਲੋਕ ਦੂਰ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਕੋੜੀ ਨੂੰ ਸੋਮੇ ਤੋਂ ਇਸ਼ਨਾਨ ਕਰਵਾਇਆ ਤੇ ਜਲ ਛਕਾਇਆ, ਕੋੜੀ ਦਾ ਕੋੜ ਦੂਰ ਕੀਤਾ। ਕੋੜੀ ਨੇ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਮੇਰੇ ਦੁੱਖ ਦੂਰ ਕੀਤੇ ਹਨ, ਇਸੇ
ਕਰਮ ਇੱਥੇ ਵੀ ਆਉਣ ਵਾਲੀਆਂ ਸੰਗਤਾਂ ਦੇ ਦੁੱਖ ਦੂਰ ਹੋਇਆ ਕਰਨ। ਸੋ ਮੈਨੂੰ ਸਰੋਵਰ ਦਾ ਵਰ ਬਖਸ਼ੋ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋਮੇ ਨੂੰ ਸਰੋਵਰ ਦਾ ਵਰ ਬਖਸ਼ਿਆ ਤੇ ਹੋਰ ਵੀ ਵਰ ਬਖਸ਼ੇ, ਜਿਵੇਂ ਕਿ ਜਿਸ ਘਰ ਵਿੱਚ ਕੋਈ ਧੀ ਪੁੱਤ ਨਾ ਹੋਵੇ, ਦੁੱਖ ਰੋਗ ਲੱਗਾ ਹੋਵੇ, ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇ, ਮੂਲ ਮੰਤਰ ਸਾਹਿਬ ਦਾ ਜਾਪ ਕਰੇ, ਅਰਦਾਸ ਬੇਨਤੀ ਕਰਵਾਵੇ, ਸਤਿਗੁਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਸੋਮੇ ਤੋਂ ਸਰੋਵਰ ਤਿਆਰ ਹੈ। ਇਸ ਸਰੋਵਰ ਵਿੱਚ ਜਲ ਬਾਹਰੋਂ ਨਹੀਂ ਪਾਇਆ ਜਾਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਨਾਲ ਜਲ ਦੀਆਂ ਲਹਿਰਾਂ ਧਰਤੀ ਚੋਂ ਵੀ ਪੈ ਰਹੀਆਂ ਹਨ। ਸਰੋਵਰ ਅਤੇ ਦਰਬਾਰ ਸਾਹਿਬ ਦੀ ਸੇਵਾ ਸਭ ਤੋਂ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ। ਉਹਨਾਂ ਤੋਂ ਬਾਅਦ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਸੇਵਾ ਕਰਵਾਈ। ਉਹਨਾਂ ਤੋਂ ਬਾਅਦ ਸੰਤ ਬਾਬਾ ਸੀਸਾ ਸਿੰਘ ਜੀ ਨੇ ਸੇਵਾ ਕਰਵਾਈ। ਹੁਣ ਦੇ ਮੌਜੂਦਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ ਸੇਵਾ ਕਰਵਾ ਰਹੇ ਹਨ। ਸਾਰੀਆਂ ਸੇਵਾਵਾਂ ਸਤਿਗੁਰਾਂ ਦੀ ਕਿਰਪਾ ਕਰਕੇ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੀਆਂ ਹਨ। ਸੰਗਤਾਂ ਦੇ ਭਲੇ ਵਾਸਤੇ ਮਹਾਂਪੁਰਸ਼ਾਂ ਵੱਲੋਂ ਚੱਲ ਰਹੀ ਕਾਰ ਸੇਵਾ ਦੀ ਟੋਕਰੀ ਵਿੱਚ ਆਪਣੀਆਂ ਚਿੰਤਕ ਕਮਾਈਆਂ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬੇਰੀ ਦੇ ਦਰਖਤ ਥੱਲੇ ਆ ਕੇ ਬੈਠੇ ਸੀਗੇ। ਇਹ ਨਾਨਕਸਰ ਤੀਰਥ ਸਥਾਨ ਹੈ, ਨੰਦੇੜ ਦੇ ਵਿੱਚ ਹੀ ਹੈ। ਇੱਥੇ ਕੋੜੀ ਦਾ ਰੋਗ ਵੀ ਦੂਰ ਕੀਤਾ ਸੀ, ਜੋ ਇਤਿਹਾਸ ਹੁਣ ਬਾਬਾ ਜੀ ਨੇ ਸੁਣਾਇਆ ਨਾ ਕਾਰ ਸੇਵਾ ਵਾਲਿਆਂ ਨੇ ਅੰਦਰ, ਉਹ ਸੇਮ ਉਹੀ ਹਿਸਟਰੀ ਹੈ ਤੇ ਸੰਭਾਲੀ ਹੋਈ ਹੈ ਬੇਰੀ। ਚਲੋ ਸ਼ੁਕਰ ਹੈ। ਹਾਂਜੀ ਹਾਂਜੀ ਕੋੜੀ ਦਾ ਕੋੜ ਦੂਰ ਕਰ ਦਿਓ ਤੇ ਸੋਮੇ ਨੂੰ ਸਰੋਵਰ ਦਾ ਵਰ ਬਖਸ਼ ਦਿਓ। ਇੱਥੇ ਸੋਮਾ ਪਾਣੀ ਦੇ ਸੋਮਾ ਸਰੋਵਰ ਬਣ ਗਿਆ ਹੁਣ ਨਾਨਕਸਰ। ਹਾਂਜੀ ਨਾਨਕਸਰ ਆ ਬੇਰੀ ਥੱਲੇ ਆ ਕੇ ਬੈਠੇ ਸੀ ਸੱਚੇ ਪਾਤਸ਼ਾਹ ਤੇ ਉਹ ਸਾਹਮਣੇ ਸਰੋਵਰ ਹੈ। 40 ਦਿਨ ਸੇਵਾ ਕਰਨੀ ਪਏਗੀ। ਇੱਥੇ ਔਲਾਦ ਦਾ ਵਰ ਵੀ ਮਿਲਦਾ ਹੈ ਬੇ ਔਲਾਦਿਆਂ ਨੂੰ। ਆ ਸੋਮਾ ਸੀ, ਸੋਮਾ ਪ੍ਰਗਟਾਇਆ ਗੁਰੂ ਸਾਹਿਬ ਨੇ। ਸਰੋਵਰ ਬਣ ਚੁੱਕਿਆ ਹੁਣ ਇਹ ਬਹੁਤ ਵੱਡਾ ਸਰੋਵਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਤ ਹੀ ਬੜੀ ਆਈ ਆ, ਬਹੁਤ ਹੀ ਖੁਸ਼ ਆ ਮੈਂ। ਸ਼ੁਕਰ ਆ ਬੜੀ ਸੰਗਤ ਆਈ ਆ। ਤੁਸੀਂ 1.5 ਸਾਲ ਹੋ ਗਏ ਬੈਠੇ ਬੈਠੇ ਸਾਰਿਆਂ ਨੂੰ ਹੁੰਦਾ ਹੀ ਹੈ ਜੀ। ਜਦ ਹੁਣ ਹੱਡੀਆ ਕਰੋਨਾ ਦਾ ਸੀਗਾ ਨਾ, ਕਰੋਨਾ ਕਰਕੇ ਸਾਰਿਆਂ ਨੂੰ ਖੁਸ਼ੀ ਹੋ ਗਈ। ਹੁਣ ਖਤਮ ਹੋ ਗਿਆ। ਗਾੜੀ ਜਾਂਦੇ ਆ ਚੱਲਦੀ ਸੋਹਣੀ ਲੱਗਦੀ। ਗੁਰਦੁਆਰਾ ਸ਼੍ਰੀ ਰਤਨਗੜ੍ਹ ਸਾਹਿਬ ਹੈ। ਬਿਲਕੁਲ ਐਦਾਂ ਲੱਗਦਾ ਜਿਵੇਂ ਕਿਸੇ ਕਿਲਾ ਜਾਂ ਮਹਿਲ ਦੀ ਤਰਜ਼ ਤੇ ਬਣਿਆ ਹੋਵੇ। ਅਜੇ ਉਸਾਰੀ ਅਧੀਨ ਹੈ। ਚਲੋ ਬੈਠੋ। ਇਹ ਬਾਬਾ ਮਹਾਪੁਰਸ਼ ਸੀ ਰਤਨਦਾਸ ਜੀ। ਉਹਨਾਂ ਨੂੰ ਗੁਰੂ ਮਹਾਰਾਜ ਦਰਸ਼ਨ ਦਿੱਤੇ ਸੀ ਇੱਥੇ ਆਪਣੇ ਪਰਲੋਕ ਗਮਨ ਤੋਂ ਬਾਅਦ। ਪਤੇ ਮੇ ਪ੍ਰਸ਼ਾਦ ਵੀ ਦਿੱਤਾ ਸੀਗਾ ਇੱਥੇ। ਉਹ ਯਾਦਗਾਰ ਹੈ।
ਬਹੁਤ ਵੱਡਾ ਪਿੱਪਲ ਦਾ ਝਾੜ ਸੀ। ਝਾੜ ਦੇ ਹੇਠ ਦੋ ਸਿੱਧ ਰਹਿੰਦੇ ਸੀ। ਉਹਨਾਂ ਦਾ ਨਾਮ ਮੰਗਲ ਤੇ ਦੰਗਲਨਾਥ। ਇਹ ਗੋਰਖਨਾਥ ਦੇ ਚੇਲੇ ਗੋਰਖਨਾਥ ਨੂੰ ਗੁਰੂ ਮੰਨਦੇ ਸੀ। ਗੋਰਖਨਾਥ ਦੀ ਭਗਤੀ ਕਰਦੇ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆ ਕੇ ਸਿੱਧਾ ਨਾਲ ਪਿੱਪਲ ਹੇਠ ਬੈਠ ਕੇ 5 ਦਿਨ 5 ਘੜੀਆਂ ਗਿਆਨ ਗੋਸ਼ਟ ਕੀਤੀ। 5 ਦਿਨਾਂ ਤੋਂ ਬਾਅਦ ਸਿੱਧ ਮਹਾਰਾਜ ਦੇ ਚਰਨੀ ਲੱਗ ਗਏ। ਕਹਿਣ ਲੱਗੇ, ਮਹਾਰਾਜ ਭੂਲ ਹੋ ਗਈ, ਬਖਸ਼ ਲਓ ਤੇ ਸਾਨੂੰ ਕੋਈ ਨਿਸ਼ਾਨੀ ਦਿਓ, ਅਸੀਂ ਸੇਵਾ ਕਰੀਏ। ਮਹਾਰਾਜ ਨੇ ਸਿੱਧਾਂ ਨੂੰ ਖੜਾਵਾਂ ਨਿਸ਼ਾਨੀ ਦੇ ਕੇ ਇਥੋਂ ਬਿਦਰ ਨਾਨਕ ਸ਼ੇਰਾ ਸਾਹਿਬ ਗਏ। ਉਹ ਜਿਹੜਾ ਪਿੱਪਲ ਦਾ ਝਾੜ ਆਪਣੀ ਉਮਰ ਪਾ ਕੇ ਸਮਾਪਤ ਹੋ ਗਿਆ। ਉਸ ਤੋਂ ਉਪਰੰਤ ਇਸ ਗੁਰਦੁਆਰੇ ਦੀ ਕਾਰ ਸੇਵਾ ਸਾਧ ਸੰਗਤ ਵੱਲੋਂ ਹੁੰਦੀ ਹੈ। ਜੋ ਵੀ ਗੁਰਮੁਖ ਪਿਆਰੇ ਮਾਈ ਪਾਈ ਗੁਰਦੁਆਰੇ ਲਈ ਤਿਲਫੁਲ ਸੇਵਾ ਕਰਨਾ ਚਾਹੁੰਦੇ ਉਹ ਪ੍ਰੇਮ ਨਾਲ ਕਰਾ ਸਕਦੇ ਹਨ। ਉਸ ਤੋਂ ਬਾਅਦ ਹੇਠ ਮਹਾਰਾਜ ਦੇ ਤਪ ਸਥਾਨ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਮੰਦੀਆਂ ਮੁਰਾਦਾਂ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚੜ੍ਹਦੀ ਕਲਾ ਰੱਖਣੀ, ਯਾਤਰਾ ਸਫਲੀ ਕਰਨੀ। ਤਪ ਸਥਾਨ ਇੱਥੇ ਓਕੇ ਫੋਟੋ ਹੀ ਹੈ। ਇੱਥੇ ਸੀ ਮੰਗਲ ਤੇ ਦੰਗਲਨਾਥ ਦੋ ਸਿੱਧ ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਨੇ 5 ਦਿਨ ਗੋਸ਼ਟ ਕਰੀ ਹੈ। ਆ ਤਸਵੀਰ ਪੁਰਾਤਨ ਸਮੇਂ ਨੂੰ ਦੀ ਯਾਦਗਾਰ ਤਸਵੀਰ ਬਣਾਈ ਗਈ ਹੈ। ਇਹ ਸਥਾਨ ਹੈ ਪੁਰਾਤਨ। ਭੋਰਾ ਸਾਹਿਬ ਹੈ ਤਪ ਸਥਾਨ, ਨਾਨਕ ਗੁਰਦੁਆਰਾ ਨਾਨਕਪੁਰੀ। अरे खुदे उमर में कृष्णा अरे मांगो चालू लो उसको पेड़ पका लिया कैसे जैसा थोड़ा बांध में कौन सा पहले मथो टेका बचाओ ने झूला खाते हां खाया बच्चे हां हां बस चलो नैन्सी मम्मी अरे साइड मेरे बार नहीं बेचूं हाँ खुशबू आई है, चंदन दी खुशबू आई है मैनू। सन 1512 ਨੂੰ ਗੋਰਖਨਾਥ ਚੰਦਰਨਾਥ ਨੌਨਾਥਾਂ ਨੂੰ ਅਕਾਲ ਪੁਰਖ ਨਾਮ ਦੇ ਪਾਇਆ। ਇੱਥੇ ਬਣਨਾ ਸਥਾਨ ਭੈਣ ਜੀ ਇਹ ਜਿਹਾ ਆ ਮਾਡਲ ਬਣਾਇਆ ਹੋਇਆ ਹੈ। लिखा हुआ है, हाँ ये लिखा हुआ है। कितनी खुशबू आए ना दूरों ही आती है।
ਕੀ ਫਤਿਹ। ਅੱਜ ਦਾ ਦਿਨ ਤਾਂ ਸਮਾਪਤ ਹੋ ਗਿਆ ਏ। 6 ਵਜਣ ਚ 10 ਮਿੰਟ ਰਹਿੰਦੇ ਨੇ ਸਾਡੇ। ਬਹੁਤ ਥੱਕ ਗਏ ਆ। ਸ਼ਕਲ ਦੇਖ ਕੇ ਹੀ ਪਤਾ ਲੱਗਦਾ ਹੋਣਾ 12 ਵਜੇ ਪਏ ਨੇ ਮੇਰੀ ਸ਼ਕਲ ਦੇ। ਪਰ ਅੱਜ ਬਹੁਤ ਸੋਹਣੇ ਗੁਰੂ ਧਾਮਾਂ ਦੇ ਦਰਸ਼ਨ ਹੋਏ ਨੇ। ਜਿਹੜੇ 4-5 ਗੁਰੂ ਧਾਮ ਨੇੜੇ ਤੇੜੇ ਰਹਿ ਗਏ ਸੀ ਸਾਡੇ, ਉਹ ਵੀ ਅੱਜ ਕਾਰ ਸੇਵਾ ਵਾਲੇ ਬਾਬਾ ਜੀ ਵੱਲੋਂ, ਇੱਕ ਡਰਾਈਵਰ ਸਿੰਘ ਸੀ ਬਜ਼ੁਰਗ ਬਾਬਾ ਜੀ, ਉਹ ਲੈ ਗਏ ਸੀ ਤੇ ਉਹਨਾਂ ਨੇ ਕਰਵਾਤਾ ਸੀਗਾ ਜੀ ਸਾਰਾ। ਉਹਨਾਂ ਨੇ ਸਾਰਾ ਸਾਨੂੰ ਦਰਸ਼ਨ ਕਰਵਾਤੇ ਬਹੁਤ ਵਧੀਆ। ਤੇ ਅਸੀਂ ਟਾਈਮ ਨਾਲ ਆਪਣੇ ਰੂਮ ਦੇ ਵਿੱਚ ਆ ਗਏ ਆ। ਹੁਣ ਥੋੜੀ ਜਿਹੀ ਰੈਸਟ ਕਰਾਂਗੇ, ਫਰੈਸ਼ ਹੋਵਾਂਗੇ ਤੇ ਸ਼ਾਮ ਨੂੰ ਫਿਰ ਅਸੀਂ ਸੱਚਖੰਡ ਆਪਣੇ ਤਖਤ ਸਾਹਿਬ ਤੇ ਜਾਵਾਂਗੇ। ਅਸੀਂ ਦਰਸ਼ਨ ਕਰਾਂਗੇ, ਉੱਥੇ ਹਾਜ਼ਰੀ ਭਰਾਂਗੇ। ਜਿੰਨਾ ਟਾਈਮ ਵਾਹਿਗੁਰੂ ਨੇ ਚਾਹਿਆ ਤਾਂ ਉਹਨਾਂ ਟਾਈਮ ਹਾਜ਼ਰੀ ਭਰ ਕੇ ਫਿਰ ਅਸੀਂ ਅੱਗੇ ਲੈ ਕੇ ਵਾਪਸ ਆ ਜਾਾਂਗੇ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਸਾਡਾ ਰੂਮ ਕਲੀਨ ਕਰਨ ਆਏ ਹੋਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਥੈਂਕਸ। ਸਾਰਿਆਂ ਦਾ ਥੈਂਕਸ। ਅੱਜ ਬਹੁਤ ਸੋਹਣਾ ਸਫ਼ਰ ਰਿਹਾ ਸਾਡਾ ਤੇ ਬਹੁਤ ਸੋਹਣੀ ਸਾਡੀ ਤੀਰਥ ਯਾਤਰਾ ਰਹੀ। ਉਮੀਦ ਹੈ ਕੱਲ੍ਹ ਨੂੰ ਵੀ ਸਾਡੀ ਵਧੀਆ ਰਹੂਗੀ, ਕਿਉਂਕਿ ਕੱਲ੍ਹ ਨੂੰ ਅਸੀਂ ਜਾਣਾ ਹੈ ਭਗਤ ਨਾਮਦੇਵ ਜੀ ਦੇ ਸਥਾਨਾਂ ਤੇ, ਨਰਸੀ ਬਾਮਣੀ ਐਂਡ ਔਂਡਾ ਨਾਗਨਾਥ। ਤੇ ਇੱਕ ਗੁਰੂ ਧਾਮ ਹੋਰ ਵੀ ਹੈ, ਗੁਰੂ ਧਾਮ ਕਹਿ ਲਓ ਜਾਂ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਯਾਦਗਾਰ 'ਚ, ਉੱਥੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਰਸਤੇ 'ਚ। ਸੋ ਕੱਲ੍ਹ ਨੂੰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਾ ਜਗਮਾਏ ਕਿਰਪਾ ਕਰ ਸਾਹਮਣੇ ਬਲਦੀ ਕਿਰਪਾ ਕਰ ਸਾਹਮਣੇ ਬਲਦੀ ਮੇਰੀ ਆਪੇ पोडियो में बैठ जाएंगे, जो आपने लिया ना वो पोडियो में बैठ जाएंगे। आज